Hello students, welcome to our channel TM Education. Now today let's start the reading of lesson number 10, the sermon at Banaras, from your book First Flight. इस चैप्टर विच बेटा सरमन ਐਟ ਬਨਾਰਸ ਦੇ ਵਿੱਚ ਗੌਤਮ ਬੁੱਧਾ ਵੱਲੋਂ ਜੋ ਸਰਮਨ ਦਿੱਤਾ ਗਿਆ ਸੀ ਬਨਾਰਸ ਦੇ ਵਿੱਚ, ਉਹਦੇ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਗੌਤਮ ਬੁੱਧਾ ਸੀ ਜੋ ਇੱਕ ਪ੍ਰਿੰਸ ਵਾਲਾ ਜੀਵਨ ਸੀ ਬਤੀਤ ਕਰਦੇ ਸੀਗੇ। ਦੈਨ ਪ੍ਰਿੰਸ ਵਾਲਾ ਜੀਵਨ ਛੱਡ ਕੇ ਫਿਰ ਉਹਨਾਂ ਨੇ ਕੀ ਕੀਤਾ, ਸਰਮਨ ਦਿੱਤਾ, ਠੀਕ ਹੈ, ਮੁਕਤੀ ਪ੍ਰਾਪਤ ਕੀਤੀ ਔਰ ਬੋਧੀ ਟਰੀ ਦੇ ਨੀਚੇ ਬੈਠ ਕੇ ਉਹਨਾਂ ਨੇ ਐਨਲਾਈਟਨਮੈਂਟ ਪ੍ਰਾਪਤ ਕੀਤੀ ਔਰ ਲੋਕਾਂ ਨੂੰ ਸਰਮਨ ਦਿੱਤੇ, ਉਪਦੇਸ਼ ਦਿੱਤੇ। ਇਸ ਚੈਪਟਰ ਦੇ ਵਿੱਚ ਆਪਾਂ ਰੀਡ ਕਰਾਂਗੇ ਕਿ ਉਹਨਾਂ ਦੀ ਲਾਈਫ ਕਿਹੋ ਜਿਹੀ ਸੀ, ਕਿਸ ਤਰ੍ਹਾਂ ਉਹ ਰਹਿੰਦੇ ਸੀ, ਦੈਨ ਉਹਨਾਂ ਨੇ ਸਰਮਨ ਜੋ ਦਿੱਤਾ ਉਹ ਕਿਸ ਤਰ੍ਹਾਂ ਦਾ ਸੀ। ਨਾਓ ਲੈਟਸ ਸਟਾਰਟ ਦ ਰੀਡਿੰਗ ਆਫ ਦਿਸ ਚੈਪਟਰ। ਗੌਤਮ ਬੁੱਧਾ 563 BC to 483 BC began life as a prince named Siddharth Gautama in northern India. ਗੌਤਮ ਬੁੱਧਾ ਦਾ ਜਨਮ ਕਦੋਂ ਹੋਇਆ? 563 BC to 483 BC ਉਹਨਾਂ ਦੀ ਡੈਥ ਹੋਈ। BC ਮੀਨਸ ਤੁਸੀਂ ਸੋਚ ਰਹੇ ਹੋਵੋਗੇ ਉਲਟਾ ਕਿਉਂ ਚੱਲ ਰਿਹਾ ਕਿ 563 ਦੇ ਵਿੱਚ ਬਰਥ ਹੋਇਆ। ਬਿਫੋਰ ਕ੍ਰਾਈਸਟ, BC ਮੀਨਸ ਬਿਫੋਰ ਕ੍ਰਾਈਸਟ, ਯਾਨੀ ਕ੍ਰਾਈਸਟ ਦੇ ਬਰਥ ਤੋਂ ਪਹਿਲਾਂ ਜੋ ਵੀ ਪੀਰੀਅਡ ਹੈਗਾ ਉਹਨੂੰ BC ਦੇ ਵਿੱਚ ਲਿਖਦੇ ਆ। ਗੌਤਮ ਬੁੱਧਾ ਦਾ ਬਚਪਨ ਦਾ ਨਾਮ ਕੀ ਸੀਗਾ? ਸਿਧਾਰਥ ਗੌਤਮਾ, ਠੀਕ ਹੈ। ਜਦੋਂ ਉਹਨਾਂ ਦੀ ਲਾਈਫ ਸਟਾਈਲ ਸੀ ਜੋ ਕਿੱਦਾਂ ਦਾ ਸੀ, ਉਹ ਇੱਕ ਪ੍ਰਿੰਸ ਦੀ ਤਰ੍ਹਾਂ ਰਹਿੰਦੇ ਸੀ ਔਰ ਉਹਨਾਂ ਦਾ ਨਾਮ ਸੀ ਸਿਧਾਰਥ ਗੌਤਮਾ। ਇਨ ਨਾਰਦਰਨ ਇੰਡੀਆ ਮੀਨਸ ਯੂਪੀ ਦੇ ਵਿੱਚ ਉਹਨਾਂ ਦਾ ਯਾਨੀ ਬਰਥ ਹੋਇਆ। At 12 he was sent away for schooling in the Hindu sacred scriptures and 4 years later he returned home to marry a princess. ਜਦੋਂ 12 ਈਅਰ ਦੇ ਹੋਏ ਉਹਨਾਂ ਨੂੰ ਸਕੂਲ ਦੇ ਵਿੱਚ ਭੇਜਿਆ ਗਿਆ, ਠੀਕ ਹੈ। ਹਿੰਦੂ ਸੈਕਰੇਡ ਸਕ੍ਰਿਪਚਰਸ ਮੀਨਸ ਬੁੱਕਸ, ਹੋਲੀ ਬੁੱਕਸ, ਠੀਕ ਹੈ, ਜਿਵੇਂ ਰਿਗਵੇਦਾ, ਸਾਮਵੇਦਾ, ਅਥਰਵੇਦ, ਯਜੁਰਵੇਦ, ਇਹ ਸਾਰੇ ਵੇਦ ਸੀ ਜਿਹੜੇ ਉਹਨਾਂ ਦੀ ਸਟੱਡੀ ਕੀਤੀ। ਅਤੇ 4 ਸਾਲ ਬਾਅਦ ਜਦੋਂ ਉਹ ਸਕੂਲਿੰਗ ਤੋਂ ਵਾਪਸ ਆਏ ਤਾਂ ਉਹਨਾਂ ਦੀ ਮੈਰਿਜ ਇੱਕ ਪ੍ਰਿੰਸੈਸ ਦੇ ਨਾਲ ਕਰ ਦਿੱਤੀ ਗਈ। ਦੇ ਹੈਡ ਅ ਸਨ ਐਂਡ ਲਿਵਡ ਫॉर 10 years ਐਟ ਬਿਫਿਟਡ ਰਾਇਲਟੀ। ਉਹਨਾਂ ਦਾ ਇੱਕ ਬੇਟਾ ਹੋਇਆ ਅਤੇ 10 ਸਾਲ ਤੱਕ ਇਸੇ ਤਰ੍ਹਾਂ ਉਹ ਆਪਣੇ ਸ਼ਾਹੀ ਠਾਠ ਪਾਠ ਦੇ ਨਾਲ ਰਹਿੰਦੇ ਰਹੇ। ਬਿਫਿਟਡ ਮੀਨਸ ਸੂਟੇਬਲ। ਐਟ ਅਬਾਊਟ ਦ ਏਜ ਆਫ 25, ਜਦੋਂ 25 ਦੇ ਹੋਏ, ਦ ਪ੍ਰਿੰਸ heretofore shielded from the sufferings of the world while out hunting chanced upon a sick man, then an aged man, then a funeral procession, and finally a monk begging for alms. heretofore means ਇਸ ਤੋਂ ਪਹਿਲਾਂ, ਠੀਕ ਹੈ। ਜਦੋਂ 25 ਈਅਰ ਏਜ ਹੋਈ ਉਹਨਾਂ ਦੀ, ਉਹ ਇੱਕ ਪ੍ਰਿੰਸ ਸੀਗੇ, ਦੈਨ ਉਦੋਂ ਤੱਕ ਉਹਨਾਂ ਨੇ ਦੁਨੀਆ ਦੇ ਵਿੱਚ ਦੁੱਖ ਕੀ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਿਸ ਤਰ੍ਹਾਂ ਸਫਰਿੰਗਸ ਹੁੰਦੀਆਂ ਨੇ ਲੋਕਾਂ ਲਈ। ਵਾਈਲ ਆਊਟ ਹੰਟਿੰਗ ਚਾਂਸਡ ਅਪੋਨ ਅ ਸਿਕ ਮੈਨ, ਔਰ ਜਦੋਂ ਇੱਕ ਵਾਰ ਸ਼ਿਕਾਰ ਕਰਨ ਦੇ ਲਈ ਗਏ ਤਾਂ ਉਹਨਾਂ ਨੇ ਕੀ ਦੇਖਿਆ? ਇੱਕ ਬਿਮਾਰ ਆਦਮੀ ਨੂੰ ਦੇਖਿਆ। ਦੈਨ ਐਨ ਏਜਡ ਮੈਨ, ਇੱਕ ਬਹੁਤ ਹੀ ਜ਼ਿਆਦਾ ਏਜਡ ਮੈਨ ਨੂੰ ਦੇਖਿਆ। ਦੈਨ ਅ ਫਿਊਨਰਲ ਪ੍ਰੋਸੈਸ਼ਨ, ਇੱਕ ਫਿਊਨਰਲ ਦੇਖਿਆ ਹੁੰਦਾ ਹੋਇਆ ਕਿ ਕਿਸ ਤਰ੍ਹਾਂ ਅਸਥੀ ਹੈ ਜੋ ਲੈ ਕੇ ਜਾ ਰਹੇ ਨੇ, ਠੀਕ ਹੈ, ਉਹ ਦੇਖਿਆ। ਐਂਡ ਫਾਈਨਲੀ ਅ ਮੌਂਕ ਬੈਗਿੰਗ ਫॉर ਆਰਮਸ, ਕਿ ਕਿਸ ਤਰ੍ਹਾਂ ਇੱਕ ਮੌਂਕ ਹੈ ਜੋ ਭੀਖ ਮੰਗ ਰਿਹਾ ਹੈ, ਠੀਕ ਹੈ। ਇਹ ਸਾਰੇ ਮੈਨ ਸੀ, 4 ਮੈਨ ਸੀ ਜਿਹੜੇ ਕਿ ਉਹਨਾਂ ਨੇ ਦੇਖੇ, ਜਿਹਦੇ ਨਾਲ ਕੀ ਹੋਇਆ, ਉਹ ਪੂਰੀ ਤਰ੍ਹਾਂ ਹਿੱਲ ਗਏ, ਠੀਕ ਹੈ। ਉਹਨਾਂ ਦਾ ਦਿਲ ਸੀ ਜਿਹੜਾ ਸਹਿਮ ਗਿਆ ਕਿ ਦੁਨੀਆ ਦੇ ਵਿੱਚ ਕੀ ਹੈ। ਦੀਸ ਸਾਈਟ ਸੋ ਮੂਵਡ ਹਿਮ, ਯਾਨੀ ਉਹ ਪੂਰੀ ਤਰ੍ਹਾਂ ਉਹਨਾਂ ਦਾ ਦਿਲ ਦਹਿਲ ਗਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ, ਇਹਨਾਂ ਸਾਰੇ ਮੈਨਸ ਨੂੰ ਦੇਖ ਕੇ, ਸਿੱਖ ਮੈਨ ਨੂੰ ਦੇਖ ਕੇ, ਏਜਡ ਮੈਨ ਨੂੰ ਦੇਖ ਕੇ, ਠੀਕ ਹੈ। ਫਿਊਨਰਲ ਹੋ ਰਿਹਾ ਸੀ ਉਹ ਦੇਖ ਕੇ ਕਿ ਦੁਨੀਆ ਦੇ ਵਿੱਚ ਕੀ ਹੈ, ਸਭ ਨੇ ਚਲੇ ਜਾਣਾ ਹੈ। that he at once went into the world to seek enlightenment concerning the sorrows he had witnessed, ਠੀਕ ਹੈ। ਉਹ ਦੇਖਣਾ ਚਾਹੁੰਦੇ ਸੀ ਕਿ ਇਹਨਾਂ ਸਾਰੇ ਦੁੱਖਾਂ ਦਾ ਕਾਰਨ ਕੀ ਹੈ। enlightenment means spiritual knowledge, high spiritual knowledge ਲੈਣਾ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਲੋਕਾਂ ਨੂੰ ਇਹ ਪ੍ਰੋਬਲਮਸ ਆਉਂਦੀਆਂ ਨੇ, ਕਿ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਦੂਰ ਹੋਇਆ ਜਾ ਸਕਦਾ ਹੈ। he wandered for 7 years, 7 years ਤੱਕ ਉਹ ਘੁੰਮਦੇ ਰਹੇ। and finally sat down under a peepal tree, ਫਿਰ ਇੱਕ ਦਿਨ ਉਹ ਪੀਪਲ ਟਰੀ ਦੇ ਨੀਚੇ ਬੈਠ ਗਏ। ਵੇਅਰ ਹੀ ਵਾਊਡ ਟੂ ਸਟੇ till enlightenment came,
ठीक है। और उन्नी देर तक ही उस ट्री के नीचे बैठ के एनलाइटनमेंट के लिए वेट करते रहे कि कदों उन्होंने इस चीज़ का पता चलेगा कि लोगों को दुख ने जड़े वो किस कारण होंगे ने। एनलाइटन आफ्टर 7 डेज़, 7 डेज़ तो बाद जो उन्होंने एनलाइटनमेंट मिली यानी उन्होंने हाई नॉलेज हुई, ही रीनेम्ड द ट्री द बोधी ट्री। तो उस पीपल ट्री नूं उन्होंने की नाम दिता, एक बोधी ट्री का नाम दिता, जिहड़ा कि की सीगा ट्री ऑफ विजडम, बहुत ही सियाणप दा ट्री। एंड बिगिन टू टीच, तो उन्होंने टीच करना स्टार्ट किया उस ट्री के नीचे बैठ के। एंड टू शेयर हिज न्यू अंडरस्टैंडिंग्स, ते अपनियां जो भी अंडरस्टैंडिंग सी, जो भी उन्होंने समझ दे विच आया कि दुनिया ते की चल रहा है, की हो रहा है, वो लोगों के नाल शेयर किया उन्होंने। At that point he became known as the Buddha, the awakened or the enlightenment। ਤੇ ਉਹ ਕਿਸ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਣ ਲੱਗਿਆ ਫਿਰ? ਬੁੱਧਾ ਨਾਮ ਦੇ ਨਾਲ। ਬੁੱਧਾ ਮੀਨਸ ਅਵੇਕਨਡ ਔਰ ਐਨਲਾਈਟਨਡ, ਯਾਨੀ ਪੂਰੀ ਤਰ੍ਹਾਂ ਜਿਸ ਪਰਸਨ ਨੂੰ ਨੌਲੇਜ ਹੋ ਜਾਂਦੀ ਹੈ, ਠੀਕ ਹੈ, ਦੁਨੀਆ ਦੇ ਬਾਰੇ ਕਿ ਅੰਦਰੂਨੀ ਨੌਲੇਜ, ਠੀਕ ਹੈ, ਆਤਮਾ ਦੀ ਨੌਲੇਜ, ਤਾਂ ਉਹਨਾਂ ਨੂੰ ਕੀ ਕਿਹਾ ਜਾਣ ਲੱਗਿਆ? ਗੌਤਮ ਬੁੱਧਾ। The Buddha preached his first sermon at the city of Banaras। बुद्धा ने अपना फर्स्ट सरमन कित्थे दिता, फर्स्ट उपदेश कित्थे दिता? बनारस दे विच। Most holy of the dipping places on the river Ganges, that sermon has been preserved and is given here। ठीक है, बुद्धा ने सरमन दिता सी बनारस दे विच, और बनारस किहो जी प्लेस है जिथे लोकी, जिसनों के लोकी की मानते ने, एक हॉली प्लेस मानते ने। डिपिंग मीनस बाथिंग, ठीक है, उत्थे बाथिंग दे लई उसनों होली मन्निया जाता, पवित्र मन्निया जाता है। दैट सरमन हैज़ बिन प्रिजर्वड, उन्हां दे सरमन नूं अज भी संभाल के रखा गया है। एंड इज़ गिवन हेयर, जो कि सानू इस चैप्टर दे विच दस्सिया गया है नीचे। इट रिफ्लैक्ट्स द बुद्धाज विजडम अबाउट वन इनस्क्रूटेबल काइंड ऑफ सफरिंग, जिहड़ा कि ਜਿਹਦੇ ਵਿੱਚ ਕਿ ਬੁੱਧਾ ਦੀ ਵਿਜ਼ਡਮ ਨੂੰ ਦੱਸਿਆ ਗਿਆ ਹੈ, ਸਿਆਣਪ ਨੂੰ ਦੱਸਿਆ ਗਿਆ। ਵਨ ਇਨਸਕਰੂਟੇਬਲ ਕਾਈਂਡ ਆਫ ਸਫਰਿੰਗ, ਇਨਸਕਰੂਟੇਬਲ ਮੀਨਸ ਸਮਥਿੰਗ ਵਿਚ ਕੈਨੋਟ ਬੀ ਅੰਡਰਸਟੂਡ, ਜਿਹਨੂੰ ਅਸੀਂ ਸਮਝ ਨਹੀਂ ਸਕਦੇ, ਠੀਕ ਹੈ, ਉਸ ਤਰ੍ਹਾਂ ਦੀਆਂ ਸਫਰਿੰਗਸ ਨੂੰ ਜਿਹੜਾ ਕਿ ਉਹਨਾਂ 'ਤੇ ਰਿਫਲੈਕਟ ਕਰ ਰਿਹਾ, ਪ੍ਰਭਾਵ ਪਾ ਰਿਹਾ ਹੈ। ਦੈਨ ਸਰਮਨ ਕੀ ਸੀਗਾ? ਇੱਕ ਸਟੋਰੀ ਹੈ ਇਹਦੇ ਵਿੱਚ ਸਾਨੂੰ ਦੱਸੀ ਗਈ ਹੈ ਕਿੱਜ਼ਾ ਗੋਤਾਮੀ ਦੀ, ਠੀਕ ਹੈ। ਕਿੱਜ਼ਾ ਗੋਤਾਮੀ ਹੈਡ ਓਨਲੀ ਸਨ, ਉਹਨਾਂ ਦਾ ਇੱਕ ਬੇਟਾ ਹੈ। ਕਿੱਸਾ ਗੋਤਾਮੀ ਹੈ ਜੋ, ਉਹਦਾ ਇੱਕ ਬੇਟਾ ਹੈ। ਐਂਡ ਹੈਡ ਡਾਈਡ, ਤੇ ਉਹਦੀ ਡੈਥ ਹੋ ਚੁੱਕੀ ਹੈ। ਇਨ ਹਰ ਗ੍ਰੀਫ ਸ਼ੀ ਕੈਰਿਡ ਦ ਡੈਡ ਚਾਈਲਡ ਟੂ ਆਲ ਦੇਅਰ ਨੇਬਰਸ ਆਸਕਿੰਗ them for medicine, and the people said she has lost her senses, the boy is dead। ਔਰ ਉਹ ਇੰਨੀ ਜ਼ਿਆਦਾ ਦੁਖੀ ਹੈ ਕਿ ਉਹ ਆਪਣੇ ਮਰੇ ਹੋਏ ਬੱਚੇ ਨੂੰ ਲੈ ਕੇ ਨੇਬਰਸ ਦੇ ਵਿੱਚ ਕੋਲ ਜਾਂਦੀ ਹੈ, ਠੀਕ ਹੈ, ਉਹਨਾਂ ਕੋਲ ਉਹ ਮੈਡੀਸਨ ਦੇ ਲਈ ਪੁੱਛਦੀ ਹੈ, ਅਤੇ ਲੋਕਾਂ ਨੂੰ ਕੀ ਕਹਿੰਦੀ ਹੈ ਕਿ ਉਹਦਾ ਬੱਚਾ ਹੈ ਜਿਹੜਾ ਉਹ ਸੈਂਸਿਸ ਲੋਸਟ ਕਰ ਗਿਆ, ਯਾਨੀ ਕਿ ਉਹਦਾ ਬੇਟਾ ਹੈ ਜੋ ਉਹ ਮਰ ਚੁੱਕਿਆ ਹੈ। ਲੋਕ ਉਹਨੂੰ ਇਹੀ ਕਹਿ ਰਹੇ ਨੇ ਕਿ ਤੇਰਾ ਬੇਟਾ ਹੈ ਜੋ ਨਹੀਂ ਹੈ, ਹੁਣ ਜ਼ਿੰਦਾ ਨਹੀਂ ਹੈ, ਠੀਕ ਹੈ, ਬਟ ਉਹਨੂੰ ਇਹ ਲੱਗ ਰਿਹਾ ਕਿ ਨਹੀਂ ਮੇਰਾ ਬੇਟਾ ਠੀਕ ਹੋ ਜਾਏਗਾ, ਠੀਕ ਹੈ, ਸਭ ਨੂੰ ਮੈਡੀਸਨ ਦੇ ਲਈ ਪੁੱਛ ਰਹੀ ਹੈ। ਐਟ ਲੈਂਥ ਕਿੱਸਾ ਗੋਤਾਮੀ ਮੈਟ ਅ ਮੈਨ ਹੂ ਰਿਪਲਾਈਡ ਟੂ ਹਰ ਰਿਕੁਐਸਟ। ਕਿੱਸਾ ਗੋਤਾਮੀ ਹੈ ਜਦੋਂ ਕਾਫੀ ਜ਼ਿਆਦਾ ਘੁੰਮਣ ਤੋਂ ਬਾਅਦ ਫਿਰ ਉਸਨੂੰ ਇੱਕ ਪਰਸਨ ਮਿਲਦਾ ਹੈ, ਠੀਕ ਹੈ, ਜੋ ਕੀ ਕਹਿੰਦਾ ਹੈ? I cannot give thee medicine for thy child। ਦੀ ਮੀਨਸ ਕਿ ਤੇਰੇ ਬੱਚੇ ਦੇ ਲਈ ਮੈਡੀਸਨ ਮੇਰੇ ਕੋਲ ਨਹੀਂ ਹੈ, ਮੈਂ ਤੈਨੂੰ ਮੈਡੀਸਨ ਨਹੀਂ ਦੇ ਸਕਦਾ। ਬਟ ਆਈ ਨੋ ਅ ਫਿਜ਼ੀਸ਼ੀਅਨ ਹੂ ਕੈਨ, ਬਟ ਮੈਂ ਇੱਕ ਫਿਜ਼ੀਸ਼ੀਅਨ ਨੂੰ ਜਾਣਦਾ ਹੈ ਜਿਹੜਾ ਕਿ ਮੈਡੀਸਨ ਦੇ ਸਕਦਾ ਹੈ। ਐਂਡ ਦ ਗਰਲ ਸੈਡ ਪ੍ਰੇ ਟੈਲ ਮੀ ਸਰ ਹੂ ਇਜ਼ ਇਟ। ਐਂਡ ਦ ਮੈਨ ਰਿਪਲਾਈਡ ਗੋ ਟੂ ਸ਼ਾਕਿਆ ਮੁਨੀ ਦਾ ਬੁੱਧਾ, ਠੀਕ ਹੈ। ਔਰ ਉਹ ਲੜਕੀ ਕੀ ਕਹਿੰਦੀ ਹੈ? ਕਿੱਸਾ ਗੋਤਾਮੀ ਹੈ ਕਿ ਦੱਸੋ ਮੈਨੂੰ ਉਹ ਕੌਣ ਹੈ ਸਰ, ਠੀਕ ਹੈ, ਪ੍ਰੇ ਟੈਲ ਮੀ, ਪਲੀਜ਼ ਮੈਨੂੰ ਦੱਸੋ ਕਿ ਉਹ ਕੌਣ ਹੈ, ਮੈਂ ਆਪਣੇ ਬੱਚੇ ਨੂੰ ਉੱਥੇ ਉਹਨਾਂ ਕੋਲ ਲੈ ਕੇ ਜਾਵਾਂਗੀ। ਅਤੇ ਉਹ ਲੜਕਾ ਕੀ ਜੋ ਮੈਨ ਹੈ ਉਹ ਕੀ ਰਿਪਲਾਈ ਕਰਦਾ? ਗੋ ਟੂ ਸਾਕਿਆ ਮੁਨੀ, ਕਿ ਤੁਸੀਂ ਸਾਕਿਆ ਮੁਨੀ ਕੋਲ ਜਾਓ, ਬੁੱਧਾ ਹੈ ਜੋ, ਠੀਕ ਹੈ, ਉਹਨਾਂ ਦੇ ਕੋਲ ਜਾਓ, ਉਹੀ ਤੁਹਾਡੇ ਬੇਟੇ ਨੂੰ ਜੋ ਠੀਕ ਕਰ ਸਕਦੇ ਨੇ। ਕਿੱਸਾ ਗੋਤਾਮੀ ਰਿਪੇਅਰਡ ਟੂ ਦ ਬੁੱਧਾ ਐਂਡ ਕ੍ਰਾਈਡ। ਕਿੱਸਾ ਗੋਤਾਮੀ ਹੈ ਜੋ ਗੌਤਮ ਬੁੱਧਾ ਦੇ ਕੋਲ ਜਾਂਦੀ ਹੈ ਅਤੇ ਕੀ ਕਹਿ ਰਹੀ ਹੈ? ਲॉर्ड, repaired means went to, ठीक है, लॉर्ड एंड मास्टर गिव मी द मेडिसिन दैट विल क्योर माई बॉय, कि लॉर्ड हे मास्टर मेरे बच्चे ਨੂੰ ਮੈਡੀਸਨ ਦਿਓ ਤਾਂ ਕਿ ਉਹ ਠੀਕ ਹੋ ਜਾਵੇ।
द बुद्धा आंसर्ड, बुद्धा की कहते ने, आई वॉन्ट अ हैंडफुल ऑफ मस्टर्ड सीड, कहता मैनू मस्टर्ड सीड चाहिए ने, ठीक है, एक मुट्ठी भर मस्टर्ड सीड सरों के बीज चाहिए ने। एंड वैन द गर्ल इन हर जॉय प्रोमिस टू प्रोक्योर इट, द बुद्धा एडिड, जो बहुत खुश हो जाती है कि हाँ ये तो ईजी है, ठीक है, एक मुट्ठी पर मस्टर्ड सीड ने जो लै आएगी। एंड द बुद्धा एडिड, दैन बुद्धा की कहते ने, द मस्टर्ड सीड मस्ट बी टेकन फ्रॉम अ हाउस वेयर नो वन हैज़ लॉस्ट अ चाइल्ड, हसबैंड, पेरेंट और अ फ्रेंड। और बुद्धा की कह रहे हैं कि मस्टर्ड सीड उस घर तो चाहिए ने जिथे किसी बच्चे की या किसी हसबैंड की, पेरेंट की और फ्रेंड की डैथ ना हुई होवे, मतलब कि जिस घर विच कोई डैथ अज तक ना हुई होवे उस घर दे विचों मस्टर्ड सीड्स ने जो लैके आने ने। पुअर किस्सा गुतामी नाउ वेंट फ्रॉम हाउस टू हाउस, ठीक है, किस्सा गुतामी है जो एक घर तो दूजे घर तक वो जा के घरां दे विचों पुछदी पई है। एंड द पीपल पिटीड हर, लोकी उहदे ते तरस कर रहे ने ते की कह रहे ने, हेयर इज़ मस्टर्ड सीड टेक इट, कि लै जाओ मस्टर्ड सीड्स। बट when she asked, did a son or daughter, a father or mother die in your family, और किस्सा गुतामी है जो उस फैमिली तो पूछदी है कि इस घर दे विच लड़का या लड़की, फादर मदर या किसी की डैथ हुई है। दे आंसर्ड हर, सारे की कहते ने, एलास दे लिविंग अ फ्यू, ठीक है, जिंदा तो बहुत घट ने, बट द डेड आर मैनी, बट डेड बहुत ज़्यादा ने, यानी मरिया होया की गिनती काफ़ी है। डू नॉट रिमाइंड अस ऑफ अ डीपेस्ट ग्रीफ, कि सानू साडा दुख है जो हुण याद ना करवाओ। एंड देयर वॉज नो हाउस बट सम बिलव्ड वन हैड डाइड इन इट, ठीक है, अजिहा कोई घर नहीं होगा जिथे किसी की डैथ है जो किसी दे बिलव्ड दी, ठीक है, किसी दे भी प्यारे की डैथ ना हुई होवे। किस्सा गोतामी बिकेम वियरी एंड होपलैस, ठीक है, बहुत ही ज़्यादा दुखी हो जाती है, वियरी मीनस टायर्ड हो जाती है, वो बहुत ज़्यादा थक जाती है, होपलैस उन्होंने कोई उम्मीद नहीं है। एंड सैट डाउन एट द वे साइड वॉचिंग द लाइट्स ऑफ द सिटी, वे साइड यानी जिथे वो रस्ते तो आ रही होंगी है, साइड ते बैठ जाती है और शहर दियां लाइट्स के वल देख रही होंगी है। एज दे फ्लिकर्ड अप एंड वर एक्सटिंग्विश्ड अगेन, और देख रही है लाइट्स ने कदी जग रही ने कदी बुझ रही ने। एट लास्ट द डार्कनेस ऑफ द नाइट रीनड एवरीवेयर, लास्ट ते की हुंदा है कि हनेरा ही हनेरा दिखाई दिंदा है रात नूं, ठीक है, हर पासे हनेरा हो जाता, लाइट्स ने जड़ियां वो भी बुझ जांदियां ने। And she considered the fate of men that their lives flicker up and are extinguished again। फिर वो की सोचती है कि एक इंसान दी, मैन दी किस्मत भी अजिही ही है कि कदी वो जग जाती है दैन कदी वो बुझ जाती है। एंड शी थॉट ऑफ हर सेल्फ, दैन वो अपने बारे सोचती है फिर, हाउ सेल्फिश एम आई इन माई ग्रीफ, कहती मैं किन्नी सैल्फिश हो गई हाँ अपने दुख दे विच। डैथ इज़ कॉमन टू ऑल, डैथ है जो सब नूं आनी है। Yet in this valley of desolation means an area which is filled with deep sorrow, पूरे दुख दे नाल भरिया होया एरिया, ठीक है। There is a path that leads him to immortality who has surrendered all selfishness, कि इस दुनिया दे विच सब नूं डेथ आनी है, ठीक है। There is a path, ये रस्ता है कि सब ने उत्थे जाना है, सारी सैल्फिशनैस है जिहड़ी उसनूं छड्ड के जाना है। The Buddha said, the life of mortals in this world is troubled and brief and combined with pain. Mortal means those bound to die, कि मरना ही है सबने। लाइफ ऑफ मॉर्टल्स इन दिस वर्ल्ड इज ट्रबल्ड, सब दी लाइफ है जो की है दुखा नाल भरी हुई है। ब्रीफ एंड कंबाइंड विद पेन, किसी नूं थोड़ा पेन है, ठीक है, पूरी तरह किसी नूं बहुत ज़्यादा पेन है। फॉर देयर There is not any means by which those that have been born can avoid dying। कहते ਅਸੀਂ ਇਹ नहीं कह सकते, गौतम बुद्धा ने जो सरमन दिता कि अगर किसी भी पर्सन का बर्थ होया है तो वो मरण तो बच सकता है, यानी कि जिस किसी भी पर्सन का बर्थ होया तो एक ना एक दिन डैथ है जो आनी ही आनी है। आफ्टर रीचिंग ओल्ड एज देयर इज़ डेथ, जो ओल्ड एज तक पहुँच जाने दैन उस तो बाद डैथ ने आना ही आना है। ऑफ सच अ नेचर आर लिविंग बींग्स, यही लिविंग बींग्स दी नेचर, मतलब उन्हें कुदरत दे विच ये चीज़ लिखी हुई है।
ਐਜ਼ ਰਾਈਪ ਫਰੂਟਸ ਆਰ अर्ਲੀ ਇਨ ਡੇਂਜਰ ਆਫ ਫਾਲਿੰਗ, ਜਿਸ ਤਰ੍ਹਾਂ ਇੱਕ ਫਰੂਟ ਹੈ ਜੋ ਪੂਰੀ ਤਰ੍ਹਾਂ ਪੱਕ ਜਾਂਦਾ ਹੈ ਤਾਂ ਉਹਨੇ ਵੀ ਉਸੇ ਟਾਈਮ ਡਿੱਗਣਾ ਹੁੰਦਾ ਹੈ, ਡੇਂਜਰ ਯਾਨੀ ਉਹਨੂੰ ਡਿੱਗਣ ਦਾ ਖਤਰਾ ਰਹਿੰਦਾ ਹੈ ਕਿ ਉਹਨੇ ਵੀ ਡਿੱਗਣਾ ਹੈ। ਸੋ ਮੋਰਟਲਸ ਵੈਨ ਬੋਰਨ ਆਰ ਆਲਵੇਜ਼ ਇਨ ਡੇਂਜਰ ਆਫ ਡੈਥ, ਉਸੇ ਤਰ੍ਹਾਂ ਮੋਰਟਲਸ ਨੇ ਯਾਨੀ ਲਿਵਿੰਗ ਬੀਇੰਗਸ ਨੇ, ਉਹਨਾਂ ਨੇ ਵੀ ਅਗਰ ਬਰਥ ਹੋਇਆ ਹੈ ਤਾਂ ਡੈਥ ਹੈ ਜੋ ਉਹਨਾਂ ਨੂੰ ਡੈਥ ਦਾ ਖਤਰਾ ਹਮੇਸ਼ਾ ਰਹਿੰਦਾ ਹੈ। ਐਜ਼ ਆਲ ਅਰਦਨ ਵੈਸਲਸ ਮੇਡ ਬਾਏ ਦ ਪੋਟਰ, ਅਰਦਨ ਵੈਸਲ ਮੀਨਸ ਜੋ ਮਿੱਟੀ ਦੇ ਭਾਂਡੇ ਹੁੰਦੇ ਨੇ, ਠੀਕ ਹੈ। ਇੱਕ ਪੋਟਰ ਹੈ ਜੋ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਭਾਂਡੇ ਬਣਾਉਂਦਾ ਹੈ, ਬਰਤਨ ਬਣਾਉਂਦਾ ਹੈ। ਐਂਡ ਇਨ ਬੀਂਗ ਬ੍ਰੋਕਨ, ਔਰ ਉਸ ਬਰਤਨ ਨੇ ਵੀ ਟੁੱਟ ਜਾਣਾ ਹੁੰਦਾ ਹੈ, ਅਗਰ ਉਹ ਬਰਤਨ ਨੀਚੇ ਡਿੱਗ ਗਿਆ ਦੈਨ ਉਹਨੇ ਟੁੱਟ ਜਾਣਾ ਹੈ। ਸੋ ਇਜ਼ ਦ ਲਾਈਫ ਆਫ ਮੋਰਟਲਸ, ਇਸੇ ਤਰ੍ਹਾਂ ਲਾਈਫ ਹੈ ਮੋਰਟਲਸ ਦੀ, ਹਿਊਮਨ ਬੀਂਗਸ ਦੀ। ਬੋਥ ਯੰਗ ਐਂਡ ਅਡਲਟ, ਬੋਥ ਦੋਜ਼ ਹੂ ਆਰ ਫੂਲਸ ਐਂਡ ਦੋਜ਼ ਹੂ ਆਰ ਵਾਈਜ਼, ਕੋਈ ਵੀ ਪਰਸਨ ਹੈ ਚਾਹੇ ਉਹ ਜਵਾਨ ਹੈ ਚਾਹੇ ਉਹ ਅਡਲਟ ਹੈ, ਚਾਹੇ ਉਹ ਫੂਲ ਹੈ ਮੂਰਖ ਹੈ ਜਾਂ ਉਹ ਸਿਆਣਾ ਹੈ ਵਾਈਜ਼ ਹੈ, ਆਲ ਫਾਲ ਇਨ ਟੂ ਪਾਰ ਆਫ ਡੈਥ, ਸਭ ਨੇ ਕੀ ਹੈ ਡੈਥ ਦੇ ਵਿੱਚ ਮਤਲਬ ਉਹਦੀ ਡੈਥ ਹੋਣੀ ਹੀ ਹੋਣੀ ਹੈ। ਆਲ ਆਰ ਸਬਜੈਕਟ ਟੂ ਡੈਥ। Of those who overcome by death depart from life, a father cannot save his son, nor kinsmen their relations। ਇਸ ਲਾਈਨ ਦੇ ਵਿੱਚ ਦੱਸਿਆ ਗਿਆ ਕਿ ਕੋਈ ਵੀ ਹੈ ਜੋ ਉਹ ਡੈਥ ਤੋਂ ਬਚ ਨਹੀਂ ਸਕਦਾ, ਠੀਕ ਹੈ। ਡਿਪਾਰਟ ਫਰੋਮ ਲਾਈਫ, ਅ ਫਾਦਰ ਕੈਨ ਨੋਟ ਸੇਵ ਹਿਜ਼ ਸਨ, ਨਾ ਹੀ ਇੱਕ ਫਾਦਰ ਹੈ ਜੋ ਆਪਣੇ ਬੱਚੇ ਨੂੰ ਬਚਾ ਸਕਦਾ, ਨੋਰ ਕਿੰਸਮੈਨ ਦੇ ਰਿਲੇਸ਼ਨਸ, ਠੀਕ ਹੈ। ਕੋਈ ਵੀ ਸਾਡਾ ਨੀਅਰ ਐਂਡ ਡੀਅਰ ਵਨ ਹੈ, ਕਿੰਸ ਵਨ ਮੀਨਸ ਸਾਡਾ ਕੋਈ ਵੀ ਰਿਲੇਟਿਵ ਹੈ, ਉਹ ਕਿਸੇ ਨੂੰ ਵੀ ਨਹੀਂ ਬਚਾ ਸਕਦੇ, ਨਾ ਹੀ ਆਪਾਂ ਕਿਸੇ ਨੂੰ ਬਚਾ ਸਕਦੇ ਹਾਂ ਨਾ ਹੀ ਉਹ ਸਾਨੂੰ ਬਚਾ ਸਕਦੇ ਨੇ। ਕੁਦਰਤ ਦਾ ਨਿਯਮ ਹੈ ਕਿ ਡੈਥ ਹੈ ਜੋ ਸਭ ਨੂੰ ਆਉਣੀ ਹੀ ਆਉਣੀ ਹੈ। ਮਾਰਕ ਵਾਈਲ ਰਿਲੇਟਿਵਸ ਆਰ ਲੁਕਿੰਗ ਔਨ ਐਂਡ ਲੇਮੈਂਟਿੰਗ ਡੀਪਲੀ, ਗੌਤਮ ਬੁੱਧਾ ਇਹ ਕਹਿ ਰਹੇ ਨੇ ਕਿ ਰਿਲੇਟਿਵਸ ਨੇ ਜਿਹੜੇ ਸਾਡੇ ਲੁਕਿੰਗ ਔਨ ਮਤਲਬ ਦੇਖ ਰਹੇ ਨੇ, ਠੀਕ ਹੈ। ਅਗਰ ਦੁੱਖ ਹੁੰਦਾ ਹੈ ਤਾਂ ਉਹ ਆਉਂਦੇ ਨੇ, ਦੁੱਖ ਦੇਖ ਰਹੇ ਨੇ। ਐਂਡ ਲੇਮੈਂਟਿੰਗ ਡੀਪਲੀ, ਪੂਰੀ ਤਰ੍ਹਾਂ ਉਹ ਖੁਦ ਵੀ ਦੁਖੀ ਹੋ ਰਹੇ ਨੇ। ਵਨ ਬਾਏ ਵਨ ਮੋਰਟਲਸ ਆਰ ਕੈਰਿਡ ਆਫ ਲਾਈਕ ਐਨ ਔਕਸ ਦੈਟ ਇਜ਼ ਲੈਡ ਟੂ ਅ ਸਲੌਟਰ, ਠੀਕ ਹੈ। ਵਨ ਬਾਏ ਵਨ ਸਾਰੇ ਹਿਊਮਨ ਬੀਂਗਸ ਨੇ ਜੋ ਇੱਕ ਨਾ ਇੱਕ ਦਿਨ ਉਹਨਾਂ ਦੀ ਡੈਥ ਹੋਣੀ ਹੀ ਹੋਣੀ ਹੈ। ਔਰ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਸਲੌਟਰ ਹੈ ਜੋ ਔਕਸ ਨੂੰ ਮਤਲਬ ਇੱਕ ਕਸਾਈ ਦੀ ਤਰ੍ਹਾਂ ਔਕਸ ਨੂੰ ਜੋ ਮਾਰਿਆ ਜਾ ਰਿਹਾ ਹੈ। ਸੋ ਦ ਵਰਲਡ ਇਜ਼ ਐਫਲਿਕਟਿਡ ਵਿਦ ਡੈਥ ਐਂਡ ਡਿਕੇ, ਇਸ ਤਰ੍ਹਾਂ ਵਰਲਡ ਹੈ ਜੋ ਐਫਲਿਕਟਿਡ ਮੀਨਸ ਅਫੈਕਟਿਡ ਹੈ, ਠੀਕ ਹੈ, ਸਫਰਿੰਗਸ ਦੇ ਨਾਲ, ਪੇਨਸ ਦੇ ਨਾਲ। ਸਾਡਾ ਜੋ ਵੀ ਸੰਸਾਰ ਹੈ ਉਹ ਪੂਰੀ ਤਰ੍ਹਾਂ ਦੁੱਖਾਂ ਦਰਦਾਂ ਦੇ ਨਾਲ ਭਰਿਆ ਹੋਇਆ ਹੈ। ਵਿਦ ਡੈਥ ਐਂਡ ਡਿਕੇ ਦੇਅਰਫੋਰ ਦ ਵਾਈਜ਼ ਡੂ ਨਾਟ ਗਰੀਵ ਨੋਇੰਗ ਦ ਟਰਮਸ ਆਫ ਦ ਵਰਲਡ, ਸੰਸਾਰ ਦੀਆਂ ਟਰਮਸ ਨੂੰ ਅਸੀਂ ਜਾਣਦੇ ਹੋਏ ਵੀ ਕਿ ਇੱਕ ਨਾ ਇੱਕ ਦਿਨ ਡੈਥ ਹੈ ਜੋ ਸਭ ਲਈ ਆਣੀ ਹੀ ਆਣੀ ਹੈ, ਤਾਂ ਵੀ ਅਸੀਂ ਕੀ ਆ ਹੋਰ ਦੁਖੀ ਜ਼ਿਆਦਾ ਦੁਖੀ ਹੁੰਦੇ ਰਹਿੰਦੇ ਹਾਂ। ਨੋਟ ਫਰੋਮ ਵੀਪਿੰਗ ਨੋਰ ਫਰੋਮ ਗਰੀਵਿੰਗ ਵਿਲ ਐਨੀ ਵਨ ਓਬਟੇਨ ਪੀਸ ਆਫ ਮਾਈਂਡ, ਅਗਰ ਇਹਨਾਂ ਚੀਜ਼ਾਂ ਨੂੰ ਯਾਨੀ ਵੀਪਿੰਗ ਕਰਨਾ, ਠੀਕ ਹੈ, ਦੁਖੀ ਹੁੰਦੇ ਹਾਂ ਅਸੀਂ ਕਿਸੇ ਦੀ ਡੈਥ ਦੇ ਉੱਤੇ, ਇਹ ਸਭ ਕੁਝ ਛੱਡ ਦਿੱਤਾ ਜਾਵੇ ਤਾਂ ਕੀ ਮਿਲ ਸਕਦਾ, ਸ਼ਾਂਤੀ ਮਿਲ ਸਕਦੀ ਹੈ, ਠੀਕ ਹੈ, ਪੀਸ ਆਫ ਮਾਈਂਡ ਹੈ ਜੋ ਮਿਲ ਸਕਦੀ ਹੈ। ਔਨ ਅ ਕੰਟਰੇਰੀ ਹਿਜ਼ ਪੇਨ ਵਿਲ ਬੀ ਦ ਗ੍ਰੇਟਰ ਐਂਡ ਹਿਜ਼ ਬੋਡੀ ਵਿਲ ਸਫਰ, ਅਗਰ ਇਨਸਾਨ ਹੈ ਜੋ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ, ਵੀਪਿੰਗ ਕਰਦਾ ਹੈ, ਦੈਨ ਕੀ ਹੁੰਦਾ, ਉਹ ਖੁਦ ਵੀ ਅੰਦਰੋਂ ਦੁਖੀ ਹੁੰਦਾ ਹੈ। ਐਂਡ ਹਿਜ਼ ਬੋਡੀ ਵਿਲ ਸਫਰ, ਉਹਦੀ ਬੋਡੀ ਵੀ ਸਫਰ ਕਰਦੀ ਹੈ, ਯਾਨੀ ਉਹਨੂੰ ਵੀ ਫਿਜ਼ੀਕਲ ਪੇਨ ਹੁੰਦਾ ਹੈ। ਹੀ ਵਿਲ ਮੇਕ ਹਿਮਸੈਲਫ ਸਿਕ ਐਂਡ ਪੇਲ, ਔਰ ਉਹ ਬਿਮਾਰ ਹੋ ਜਾਂਦਾ ਹੈ, ਪੇਲ ਹੋ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਇਸ ਸਟੋਰੀ ਦੇ ਵਿੱਚ ਦੇਖਿਆ ਕਿ ਕਿੱਸਾ ਗੌਤਮੀ ਸੀ, ਉਹਦੇ ਬੇਟੇ ਦੀ ਡੈਥ ਹੋ ਜਾਂਦੀ ਹੈ, ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ। ਯੈਟ ਦ ਡੈਡ ਆਰ ਨੋਟ ਸੇਵਡ ਬਾਏ ਹਿਜ਼ ਲੇਮੈਂਟੇਸ਼ਨ, ਇਹ ਤਾਂ ਨਹੀਂ ਹੈ ਕਿ ਅਗਰ ਜਿਹਦੀ ਡੈਥ ਹੋਈ ਹੈ ਆਪਾਂ ਰੋ ਰਹੇ ਹਾਂ ਦੈਨ ਉਹ ਜੀਵਿਤ ਹੋ ਜਾਏਗਾ, ਠੀਕ ਹੈ। ਇਸ ਚੈਪਟਰ ਦੇ ਵਿੱਚ ਇਹੀ ਗੌਤਮ ਬੁੱਧਾ ਦੱਸ ਰਹੇ ਨੇ ਕਿ ਦੁਖੀ ਹੋਣ ਦੇ ਨਾਲੋਂ ਹਮਦਰਦੀ ਕਰੋ, ਠੀਕ ਹੈ। Not saved by the lamentation, he who seeks peace should draw out the arrow of lamentation and complaint and grief, ਅਗਰ ਅਸੀਂ ਪੀਸ ਪ੍ਰਾਪਤ ਕਰਨਾ ਚਾਹੁੰਦੇ ਹਾਂ should draw out the arrow of lamentation, ਸਾਨੂੰ lamentation means expression of sorrow, ਠੀਕ ਹੈ, ਦੁੱਖ ਹੈ ਜੋ, ਕੰਪਲੇਂਟ ਹੈ, ਗਰੀਫ ਹੈ, ਇਹ ਸਾਰੀਆਂ ਚੀਜ਼ਾਂ ਨੂੰ ਛੱਡਣਾ ਪਏਗਾ। ਇਹੀ ਗੌਤਮ ਬੁੱਧਾ ਸਮਝਾ ਰਹੇ ਨੇ ਕਿੱਸਾ ਗੌਤਮੀ ਨੂੰ। He who has drawn out the arrow and has become composed will obtain peace of mind।
ਕੋਈ ਵੀ ਪਰਸਨ ਹੈ ਅਗਰ ਇਹਨਾਂ ਚੀਜ਼ਾਂ ਨੂੰ ਛੱਡ ਦੇਗਾ, ਹੈਜ਼ ਬਿਕਮ ਕੰਪੋਜ਼ਡ ਮੀਨਸ ਕੰਟਰੋਲ ਕਰ ਲੇਗਾ ਆਪਣੀਆਂ ਫੀਲਿੰਗਸ ਦੇ ਉੱਤੇ, ਦੈਨ ਉਹ ਕੀ obtain ਕਰ ਸਕਦਾ ਹੈ, ਪੀਸ ਆਫ ਮਾਈਂਡ। ਹੀ who has overcome all sorrows will become free from sorrow and be blessed। ਇਸੇ ਤਰ੍ਹਾਂ ਕਿੱਸਾ ਗੋਤਾਮੀ ਨੂੰ ਕਹਿ ਰਹੇ ਨੇ ਗੌਤਮ ਬੁੱਧਾ ਕਿ ਇਹਨਾਂ ਚੀਜ਼ਾਂ ਨੂੰ ਛੱਡ ਦਿਓ, ਦੁੱਖ ਨੂੰ ਛੱਡੋ, ਗਈ ਚੀਜ਼ ਵਾਪਸ ਨਹੀਂ ਆਣੀ, ਗਿਆ ਪਰਸਨ ਕੋਈ ਵੀ ਵਾਪਸ ਨਹੀਂ ਆਉਣਾ। ਸੌਰੋ ਨੂੰ ਛੱਡੋ, ਦੈਨ ਫੀਲ ਕਰਕੇ ਦੇਖੋ, ਤੁਸੀਂ ਆਪਣੇ ਆਪ ਨੂੰ ਬਲੈਸਡ ਫੀਲ ਕਰੋਗੇ ਕਿ ਤੁਹਾਨੂੰ ਇੱਦਾਂ ਲੱਗੇਗਾ ਕਿ ਪਰਮਾਤਮਾ ਨੇ ਤੁਹਾਨੂੰ ਇੱਕ ਆਸ਼ੀਰਵਾਦ ਦਿੱਤਾ ਹੈ। ਸਾਰੇ ਦੁੱਖ ਛੱਡ ਕੇ ਉਸ ਪਰਮਾਤਮਾ ਦਾ ਨਾਮ ਲਓ। ਥੈਂਕ ਯੂ।